ਉਹ ਇੱਕ ਪਰਿਵਾਰ ਦਾ, ਇੱਕ ਪਾਰਟੀ ਦਾ ਪੋਸ਼ਣ ਕਰਦੇ ਆ। ਉਹਨਾਂ ਦੇ ਲਈ ਗੱਲ ਕਰਦੇ ਆ, ਉਹਨਾਂ ਦਾ ਹੀ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਵਾ ਕੇ ਰੱਖਣਾ ਚਾਹੁੰਦੇ ਆ, ਉਹਨਾਂ ਨੂੰ ਹੀ ਰਾਜ ਸੱਤਾ 'ਚ ਲਿਆਉਣਾ ਚਾਹੁੰਦੇ ਆ, ਆਪਣੇ ਪਦ ਦਾ ਦੁਰਉਪਯੋਗ ਕਰਦੇ। ਮੈਂ ਉਹਦੇ ਲਈ ਮਾਫੀ ਵੀ ਮੰਗਦਾ। ਇੱਕ ਚੈਨਲ ਦੇ ਉੱਪਰ ਸਲਿਪ ਆਫ ਟੰਗ ਹੋ ਗਿਆ ਤੇ ਉਹਦੇ 'ਚ ਮੈਂ ਉਹਨਾਂ ਨੂੰ ਮਾਨਸਿਕ ਬਿਮਾਰ ਕਿਹਾ ਗਿਆ। ਉਹ ਮੇਰਾ ਮਤਲਬ ਪਾਗਲ ਤੋਂ ਨਹੀਂ ਸੀਗਾ, ਉਹ ਮੇਰਾ ਮਤਲਬ ਸੀ ਕਿ ਜਦੋਂ ਲੋਕਤੰਤਰ ਦਾ ਅਸੀਂ ਵਿਰੋਧ ਕਰਦੇ ਹਾਂ, ਇੱਥੇ ਹੈਲਦੀ ਡੈਮੋਕ੍ਰੇਸੀ ਆ, ਦੁਨੀਆ ਦੀ ਸਭ ਤੋਂ ਬੜੀ ਡੈਮੋਕ੍ਰੇਸੀ ਆ, ਮੈਂ ਉਸ ਲਹਿਜੇ ਨਾਲ ਕਿਹਾ ਸੀ। ਔਰ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ, ਉਹ ਕਿਸੇ ਇੱਕ ਦਾ ਪੱਖ ਕਿਉਂ ਪੂਰਦੇ ਆ? ਹੁਣ ਕਿਸਾਨੀ ਦੇ ਹਿੱਤ ਵਿੱਚ ਜਿਹੜਾ ਖੜਾ ਹੋਣਾ ਹੈ, ਇਸ ਮਾਮਲੇ ਤੇ ਤਾਂ ਪਰਿਵਾਰਵਾਦ ਦੀ ਗੱਲ ਹੀ ਨਾ, ਇਸ ਮੁੱਦੇ ਨੂੰ ਵੀ ਆਪਾਂ ਜਿਹੜਾ ਹੈਗਾ ਆਲੋਚਨਾ ਦਾ ਬਿੰਦੂ ਬਣਾਇਆ। ਮੈਂ ਜਿਹੜਾ ਉਹ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੁਝ ਲੋਕ ਕਬਜ਼ਾ ਕਰਨਾ ਚਾਹੁੰਦੇ ਆ, ਜਿਨ੍ਹਾਂ ਦਾ ਕਬਜ਼ਾ ਕਰਵਾਇਆ ਹੋਇਆ ਉਹ ਕਿਹੜਾ ਠੀਕ ਕਰ ਰਹੇ ਆ? ਜਥੇਦਾਰ ਸਾਹਿਬ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਸਾਡੇ ਸਾਰਿਆਂ ਦੇ ਸਤਿਕਾਰਯੋਗ ਆ ਸ਼੍ਰੀ ਅਕਾਲ ਤਖਤ ਸਾਹਿਬ, ਤੇ ਉਹਨਾਂ ਨੂੰ ਕਿਸ ਨੇ ਕਿੱਦਾਂ ਕਹਿਤਾ? ਮੇਰਾ ਇਹਦੇ ਤੇ ਵੀ ਕੁਐਸਚਨ ਮਾਰਕ ਆ। ਤੇ ਉਹ ਇਹਦਾ ਮਤਲਬ ਇਹ ਵੀ ਫਿਰ ਕਿਸੇ ਦੇ ਕਹੇ ਤੋਂ ਹੀ ਕਹਿ ਰਹੇ ਆ ਨਾ, ਜਿਹੜਾ ਸੰਵਿਧਾਨਿਕ ਸੰਸਥਾਵਾਂ ਤੇ ਕੁਐਸਚਨ ਮਾਰਕ ਕਰਦੇ ਆ, ਭਾਰਤ ਦੀ ਸਰਕਾਰ ਤੇ ਕੁਐਸਚਨ ਮਾਰਕ ਕਰਦੇ ਆ, ਭਾਰਤ ਦੀ ਵਿਵਸਥਾ ਤੇ ਕੁਐਸਚਨ ਮਾਰਕ ਕਰਦੇ ਆ, ਉਹ ਵੀ ਕਿਸੇ ਦੇ ਕਹਿਣ ਤੇ ਕਹਿ ਰਹੇ ਹੁਣ। ਆਮਣੋ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਹਰਜੀਤ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਕਦਾਵਰ ਆਗੂ ਅਤੇ ਦਰਸ਼ਕਾਂ ਦੇ ਜਾਣੇ ਪਹਿਚਾਣੇ ਚਿਹਰੇ। ਗਰੇਵਾਲ ਜੀ ਪੰਜਾਬ ਦੇ ਰਾਜਸੀ, ਆਰਥਿਕ ਤੇ ਸਮਾਜਿਕ ਮੁੱਦਿਆਂ ਤੇ ਮੀਡੀਆ ਅੰਦਰ ਅਕਸਰ ਚਰਚਾ 'ਚ ਰਹਿੰਦੇ ਹੈ। ਔਰ ਅੱਜ ਆਪਾਂ ਇਹਨਾਂ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੰਬੰਧੀ ਜਿਹੜੇ ਇਹਨਾਂ ਨੇ ਬਿਆਨ ਦਿੱਤੇ ਹੈ, ਉਹਨਾਂ ਕਰਕੇ ਜਿਹੜੇ ਵਿਵਾਦ ਖੜੇ ਹੋਏ ਆ, ਉਹਨਾਂ ਵਿਵਾਦਾਂ ਤੇ ਆਪਾਂ ਲਵਾਂਗੇ ਸਵਾਲ। ਸੱਚ ਕੀ ਹੈ ਜਾਣਨ ਦੀ ਕੋਸ਼ਿਸ਼ ਕਰਾਂਗੇ। ਗਰੇਵਾਲ ਜੀ, ਸਾਡੇ ਚੈਨਲ ਤੇ ਆਉਣ ਲਈ ਮੇਰੀ ਟੀਮ ਵੱਲੋਂ, ਮੇਰੇ ਦਰਸ਼ਕਾਂ ਵੱਲੋਂ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਗਰੇਵਾਲ ਸਾਹਿਬ, ਜਦੋਂ ਆਪਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਲੈ ਕੇ ਪਿਛਲੇ ਦਿਨਾਂ ਜਿਹੜੇ ਤੁਸੀਂ ਬਿਆਨ ਦਿੱਤੇ ਹੈ, ਉਹਨਾਂ ਨਾਲ ਕਾਫੀ ਇੱਕ ਵਿਵਾਦ ਖੜਾ ਹੋਇਆ ਹੈ। ਕੀ ਵਜ੍ਹਾ ਹੈਗੀ ਹੈ, ਕਿਉਂ ਨੌਬਤ ਬਣੀ ਹੈ ਇਹ? ਜੀ ਗਰੇਵਾਲ ਸਾਹਿਬ। ਇਸ ਤਰ੍ਹਾਂ ਪਹਿਲੀ ਗੱਲ ਤਾਂ ਜਥੇਦਾਰ ਸਾਹਿਬ ਦਾ ਜਿਹੜਾ ਵਿਵਹਾਰ ਆ ਸ਼ੁਰੂ ਤੋਂ ਹੀ ਉਹ ਰਾਜਨੀਤਿਕ ਬਿਆਨਬਾਜ਼ੀ ਕਰਦੇ ਰਹਿੰਦੇ ਆ, ਜਿਹੜੀ ਕਿ ਇੱਕ ਰਿਲੀਜੀਅਸ ਸੀਟ ਤੇ ਬੈਠੇ ਔਰ ਜਿਹਦਾ ਜਿਹੜਾ ਸਿੱਖ ਇੰਸਟੀਟਿਊਸ਼ਨ ਆ, ਜਿਹਦੀ ਰਿਸਪੈਕਟ ਅਸੀਂ ਸਾਰੇ ਕਰਦੇ ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ, ਉਹਦੇ ਤੇ ਉਹ ਠੀਕ ਨਹੀਂ ਹੈ। ਮੈਂ ਉਹਨਾਂ ਗੱਲਾਂ ਦਾ ਵਿਰੋਧ ਕੀਤਾ। ਉਹ ਇੱਕ ਪਰਿਵਾਰ ਦਾ, ਇੱਕ ਪਾਰਟੀ ਦਾ ਪੋਸ਼ਣ ਕਰਦੇ ਆ, ਉਹਨਾਂ ਦੇ ਲਈ ਗੱਲ ਕਰਦੇ ਆ, ਉਹਨਾਂ ਦਾ ਹੀ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਵਾ ਕੇ ਰੱਖਣਾ ਚਾਹੁੰਦੇ ਆ, ਉਹਨਾਂ ਨੂੰ ਹੀ ਰਾਜ ਸੱਤਾ 'ਚ ਲਿਆਉਣਾ ਚਾਹੁੰਦੇ ਆ, ਆਪਣੇ ਪਦ ਦਾ ਦੁਰਉਪਯੋਗ ਕਰਕੇ। ਮੈਂ ਇੱਕ ਜਗ੍ਹਾ ਮੈਂ ਉਹਦੇ ਲਈ ਮਾਫੀ ਵੀ ਮੰਗਦਾ। ਇੱਕ ਚੈਨਲ ਦੇ ਉੱਪਰ ਸਲਿਪ ਆਫ ਟੰਗ ਹੋ ਗਿਆ ਤੇ ਉਹਦੇ 'ਚ ਮੈਂ ਉਹਨਾਂ ਨੂੰ ਮਾਨਸਿਕ ਬਿਮਾਰ ਕਿਹਾ ਗਿਆ। ਉਹ ਮੇਰਾ ਮਤਲਬ ਪਾਗਲ ਤੋਂ ਨਹੀਂ ਸੀਗਾ, ਉਹ ਮੇਰਾ ਮਤਲਬ ਸੀ ਕਿ ਜਦੋਂ ਲੋਕਤੰਤਰ ਦਾ ਅਸੀਂ ਵਿਰੋਧ ਕਰਦੇ ਹਾਂ, ਇੱਥੇ ਹੈਲਦੀ ਡੈਮੋਕ੍ਰੇਸੀ ਆ, ਦੁਨੀਆ ਦੀ ਸਭ ਤੋਂ ਬੜੀ ਡੈਮੋਕ੍ਰੇਸੀ ਆ, ਮੈਂ ਉਸ ਲਹਿਜੇ ਨਾਲ ਕਿਹਾ ਸੀ। ਪਰ ਜੇ ਉਹਨਾਂ ਨੂੰ ਮੇਰੇ ਇਸ ਸ਼ਬਦ ਨਾਲ ਦੁੱਖ ਪਹੁੰਚਿਆ ਹੋਵੇ ਜਾਂ ਕੋਈ ਏਦਾਂ ਗੱਲ ਲੱਗੀ, ਇਹ ਸ਼ਬਦ ਮੈਂ ਵਾਪਸ ਲੈਣਾ, ਉਹਦੇ ਲਈ ਮੈਂ ਮਾਫੀ ਵੀ ਮੰਗਦਾ। ਪਰ ਮੈਂ ਨਾਲ ਨਾਲ ਇੱਕ ਗੱਲ ਕਹਿਣਾ ਕਿ ਅਸੀਂ ਭਾਰਤੀ ਜਨਤਾ ਪਾਰਟੀ 'ਚ ਵੀ ਸਿੱਖ ਹੈਗੇ ਹਾਂ, ਅਸੀਂ ਆਮ ਆਦਮੀ ਪਾਰਟੀ 'ਚ ਵੀ ਸਿੱਖ ਨੇ, ਕਾਂਗਰਸ 'ਚ ਵੀ ਸਿੱਖ ਨੇ, ਸ਼੍ਰੋਮਣੀ ਅਕਾਲੀ ਦਲ 'ਚ ਵੀ ਸਿੱਖ ਨੇ, ਕਈ ਐਸੇ ਸਿੱਖ ਨੇ ਜਿਹੜੇ ਕਿਸੇ ਪਾਰਟੀ 'ਚ ਨਹੀਂ। ਉਹ ਸਾਰੇ ਹੀ ਉਹਨਾਂ ਦਾ ਸ਼ਰਧਾ ਦਾ ਕੇਂਦਰ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ, ਔਰ ਸਾਰੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ, ਉਹ ਕਿਸੇ ਇੱਕ ਦਾ ਪੱਖ ਕਿਉਂ ਪੂਰਦੇ ਆ? ਜੀ ਗਰੇਵਾਲ ਸਾਹਿਬ, ਮੈਂ ਇਸ ਮੁੱਦੇ ਤੇ ਸਵਾਲ ਲੈਣਾ। ਗਰੇਵਾਲ ਸਾਹਿਬ, ਇਸ ਮੁੱਦੇ ਤੇ ਮੈਂ ਸਵਾਲ ਲੈਣਾ ਚਾਹੁੰਦਾ ਹਾਂ। ਜਦੋਂ ਤੁਸੀਂ ਕਿਹਾ ਕਿ ਪਰਿਵਾਰਵਾਦ ਦੀ ਗੱਲ ਕਰਦੇ ਆ, ਇੱਕ ਪਰਿਵਾਰ ਨੂੰ ਸੱਤਾ 'ਚ ਲਿਆਉਣ ਦੀ ਗੱਲ ਕਰਦੇ ਆ, ਪਰ ਜੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ 100 ਸਾਲਾ ਸੀ, ਉਸ ਤੋਂ ਪਹਿਲਾਂ ਦੀਵਾਲੀ ਦੇ ਪਵਿੱਤਰ ਦਿਹਾੜੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਖ ਪੰਥ ਨੂੰ, ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ, ਆਦੇਸ਼ ਦਿੰਦੇ ਹਾਂ ਕਿ ਕਿਸਾਨੀ ਦੇ ਹਿੱਤ ਵਿੱਚ ਖੜਾ ਹੋਇਆ ਜਾਵੇ। ਹੁਣ ਕਿਸਾਨੀ ਦੇ ਹਿੱਤ ਵਿੱਚ ਜਿਹੜਾ ਖੜਾ ਹੋਣਾ ਹੈ, ਇਸ ਮਾਮਲੇ ਤੇ ਤਾਂ ਪਰਿਵਾਰਵਾਦ ਦੀ ਗੱਲ ਹੀ ਨਾ, ਇਸ ਮੁੱਦੇ ਨੂੰ ਵੀ ਆਪਾਂ ਜਿਹੜਾ ਹੈਗਾ ਆਲੋਚਨਾ ਦਾ ਬਿੰਦੂ ਬਣਾਇਆ। ਨਹੀਂ, ਮੈਂ ਉਸ ਮੁੱਦੇ ਨੂੰ ਕੋਈ ਆਲੋਚਨਾ ਦਾ ਬਿੰਦੂ ਨਹੀਂ ਬਣਾਇਆ। ਮੈਂ ਜਿਹੜਾ ਉਹ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੁਝ ਲੋਕ ਕਬਜ਼ਾ ਕਰਨਾ ਚਾਹੁੰਦੇ ਆ, ਜਿਨ੍ਹਾਂ ਦਾ ਕਬਜ਼ਾ ਕਰਵਾਇਆ ਹੋਇਆ ਉਹ ਕਿਹੜਾ ਠੀਕ ਕਰ ਰਹੇ ਆ? ਤੇ ਫਿਰ ਉਹ ਕਹਿੰਦੇ ਕਿ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ 10-11 ਸ਼੍ਰੋਮਣੀ ਅਕਾਲੀ ਦਲ ਨੇ ਇਸ ਵੇਲੇ, ਉਹ ਸਾਰੇ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ, ਸਾਰਿਆਂ 'ਚ ਹੀ ਸਿੱਖ ਨੇ, ਠੀਕ ਹੈ, ਸਾਡੀ ਵਿਚਾਰਧਾਰਾ ਨਾਲ ਤਾਂ ਕੋਈ ਵੀ ਸਹਿਮਤ ਨਹੀਂ ਹੋਊਗਾ। ਮਗਰ ਮੈਂ ਇੱਕ ਚੀਜ਼ ਕਹਿਣਾ
ਕਿ ਤੁਸੀਂ ਕਹਿੰਦੇ ਹੋ ਕਿ ਸ਼੍ਰੋਮਣੀ ਕਮੇਟੀ ਦਾ ਬੇਟਾ ਹੈਗਾ ਜਿਹੜਾ ਅਕਾਲੀ ਦਲ ਆ, ਅਕਾਲੀ ਉਹ ਦਲ ਮੈਂ ਚਲੋ ਉਹ ਵੀ ਮੈਂ ਕਹਿਤਾ, ਪਰ ਉਹਨਾਂ ਚੋਂ ਕਿਹੜਾ ਅਕਾਲੀ ਦਲ ਆ? ਬਾਕੀ ਅਕਾਲੀ ਦਲਾਂ ਨੂੰ ਕੀ ਕਹਿੰਦੇ ਆ ਉਹਦੇ ਬਾਰੇ ਵੀ ਦੱਸਣ। ਤੇ ਇਸ ਤਰ੍ਹਾਂ ਕਰਕੇ ਕਿਸੇ ਇੱਕ ਦਾ ਪੱਖ ਪੂਰਨਾ ਉਹ ਗਲਤ ਜੀ ਹੈਗਾ। ਦੂਸਰਾ, ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਨੂੰ ਉਹਨਾਂ ਨੇ ਕਹਿਣਾ ਸੰਵਿਧਾਨਿਕ ਸੰਸਥਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਦੇ ਤੇ ਕੁਐਸਚਨ ਮਾਰਕ ਕਰਨਾ ਔਰ ਪ੍ਰਕਿਰਿਆ ਤੇ ਕੁਐਸਚਨ ਮਾਰਕ ਕਰਨਾ, ਔਰ ਉਸ ਦੇ ਬਾਅਦ ਉਹਨੇ ਕਹਿਣਾ ਕਿ ਈਵੀਐਮ ਚੋਂ ਨਿਕਲੀ ਸਰਕਾਰ ਆ ਕੇ 15-20 ਸਾਲ ਇਹਨਾਂ ਨੇ ਹੋਰ ਸਾਡਾ ਖੂਨ ਪੀਣਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਠੀਕ ਨਹੀਂ ਹੈ ਇੱਕ ਉਸ ਸੀਟ ਤੇ ਬੈਠੇ ਹੋਏ ਵਿਅਕਤੀ ਲਈ, ਔਰ ਇਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਸਾਡੇ ਨਰਿੰਦਰ ਮੋਦੀ ਜੀ ਨੇ ਪੂਰੀ ਦੁਨੀਆ 'ਚ ਦੇਸ਼ ਦਾ ਸਤਿਕਾਰ ਤੇ ਸਨਮਾਨ ਵਧਾਇਆ। ਸਰਹੱਦਾਂ ਦੇ ਉੱਪਰ ਜਿੱਦਾਂ ਚਾਈਨਾ ਨੂੰ ਲੋਹਾ ਲੈ ਰਹੇ ਆ, ਜਿੱਦਾਂ ਪਾਕਿਸਤਾਨ ਨਾਲ ਲੋਹਾ ਲੈ ਰਹੇ ਆ, ਜਿਸ ਤਰ੍ਹਾਂ ਬਾਕੀ ਜਗ੍ਹਾ ਤੇ ਦੇਸ਼ ਦੇ ਲੋਕ ਸਲੂਟ ਕਰਦੇ ਆ, ਦੁਨੀਆ ਦੇ ਲੋਕ ਉਹਨਾਂ ਨੂੰ, ਤੇ ਅਸੀਂ ਉਹਨਾਂ ਦਾ ਅਪਮਾਨ ਕਰਨ ਲੱਗੇ ਇੱਕ ਰਿਲੀਜੀਅਸ ਸੀਟ ਤੇ ਬੈਠਾ ਵਿਅਕਤੀ, ਉਹ ਠੀਕ ਨਹੀਂ। ਪੋਲੀਟੀਕਲ ਮੁੱਦੇ ਤੇ ਗਰੇਵਾਲ ਸਾਹਿਬ, ਮੈਂ ਪੋਲੀਟੀਕਲ ਮੁੱਦੇ ਤੇ ਵੀ ਆਵਾਂਗਾ, ਪਰ ਪਹਿਲਾਂ ਧਾਰਮਿਕ ਮੁੱਦੇ ਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਪਰਿਵਾਰਵਾਦ ਦੀ ਗੱਲ ਕਰਦੇ ਆ, ਜਿਸ ਤਰੀਕੇ ਨਾਲ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ 'ਚ, ਅਕਾਲੀ ਦਲ ਦਾ ਜਿਹੜਾ ਹੈਗਾ ਸਲਾਹਕਾਰ ਉਹਨਾਂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ, ਉਹਨਾਂ ਨੇ ਕਿਹਾ ਗਿਆ ਕਿ ਤੁਸੀਂ ਸਿੱਧੇ ਤੌਰ ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਦਿੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਇਸ ਤਰ੍ਹਾਂ ਦੇ ਜਿਹੜੇ ਬੋਲੇ ਹੋਏ ਲਫ਼ਜ਼ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਹ ਤੁਹਾਡੇ ਬਿਆਨਾਂ ਬਾਰੇ ਉਹਨਾਂ ਦੀਆਂ ਟਿੱਪਣੀਆਂ ਆਈਆਂ, ਕੀ ਕਹੋਗੇ? ਦੇਖੋ, ਗੱਲ ਇਹ ਆ ਕਿ ਜਿਹੜੀ ਗੱਲ ਗਲਤ ਆ ਉਹ ਗਲਤ ਆ। ਅਗਰ ਮੈਂ ਇਹ ਮਾਨਸਿਕ ਬਿਮਾਰ ਵਾਲੀ ਗੱਲ ਨਾਲ ਦੁੱਖ ਪਹੁੰਚਿਆ, ਜਿਹਨੂੰ ਵੀ ਪਹੁੰਚਿਆ, ਮੈਂ ਉਹਦੇ ਲਈ ਤਾਂ ਮਾਫੀ ਮੰਗਦਾ, ਪਰ ਬਾਕੀ ਗੱਲਾਂ ਤੇ ਮੈਂ ਬਿਲਕੁਲ ਕਾਇਮ ਆ, ਉਹ ਬਿਲਕੁਲ ਠੀਕ ਕਹੀਆਂ ਨੇ ਮੈਂ। ਤੇ ਉਹਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁੱਖ ਪਹੁੰਚੇ, ਜਿਹਨੂੰ ਮਰਜ਼ੀ ਪਹੁੰਚੇ, ਉਸ ਦੇ ਨਾਲ ਮੇਰਾ ਕੋਈ ਮਤਲਬ ਨਹੀਂ। ਮੈਂ ਰਾਜਨੀਤੀ 'ਚ ਹਾਂ, ਮੈਂ ਸਮਾਜਿਕ ਜੀਵਨ 'ਚ ਹਾਂ, ਮੈਂ ਇੱਕ ਸਿੱਖ ਵੀ ਹੈਗਾ, ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਵੀ ਕਰਦਾ, ਪਰ ਮੈਂ ਗੱਲ ਠੀਕ ਕਹਿ ਰਿਹਾ ਕਿ ਇਹ ਗੱਲਾਂ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਇੱਕ ਪਰਿਵਾਰ ਦਾ, ਇੱਕ ਪਾਰਟੀ ਦਾ ਪੋਸ਼ਣ ਨਹੀਂ ਕਰਨਾ ਚਾਹੀਦਾ ਜਥੇਦਾਰ ਸਾਹਿਬ ਨੂੰ, ਇਹ ਮੈਂ ਬਿਲਕੁਲ ਠੀਕ ਕਹਿਣਾ। ਇਹਦੇ ਨਾਲ ਉਹ ਸੀਟ ਦੀ ਜਿਹੜੀ ਮਹੱਤਤਾ ਹੈਗੀ ਆ ਉਹ ਘੱਟ ਹੁੰਦੀ ਹੈ, ਉਹ ਉਹਨਾਂ ਦੀ ਵਜ੍ਹਾ ਕਰਕੇ ਘੱਟ ਨਹੀਂ ਹੋਣੀ ਚਾਹੀਦੀ। ਹੁਣ ਤੁਸੀਂ ਦੇਖੋ, ਪਹਿਲਾਂ ਉਹ ਸੌਦਾ ਸਾਧ ਨੂੰ ਪਹਿਲਾਂ ਤਾਂ ਸਜ਼ਾ ਲਾਤੀ, ਉਸ ਤੋਂ ਬਾਅਦ ਮਾਫੀ ਦਿੱਤੀ, ਇਹ ਹੋ ਹੀ ਨਹੀਂ ਸਕਦਾ। ਔਰ ਉਸ ਤੋਂ ਬਾਅਦ ਹੁਣ ਦਾ 328 ਸਰੂਪਾਂ ਦੀ ਗੱਲ ਆ, ਇਹਦੇ ਤੇ ਕਿਸ ਤਰ੍ਹਾਂ ਦਾ ਜਥੇਦਾਰ ਸਾਹਿਬ ਦਾ ਰਵੱਈਆ ਉਹ ਦੇਖ ਲਓ, ਉਹ ਵੀ ਬਿਲਕੁਲ ਪੱਖਪਾਤ ਵਾਲਾ। ਤੇ ਮੈਂ ਇਹ ਸਮਝਦਾ ਕਿ ਫਿਰ ਲੋਕਾਂ ਨੂੰ ਇਹ ਕਹਿਣਾ ਕਿ ਅਗਲੀ ਵਾਰ ਐਸੀ ਗੱਲ ਹੋਵੇ ਤਾਂ ਸਾਰੇ ਅਕਾਲ ਤਖ਼ਤ ਸਾਹਿਬ ਨੂੰ ਆਜੋ, ਅਕਾਲ ਤਖ਼ਤ ਸਾਹਿਬ ਤੋਂ ਸੱਦਾ ਦੇਣਾ, ਇਹਦਾ ਮਤਲਬ ਬਗਾਵਤ ਕਰਾਉਣਾ ਚਾਹੁੰਦੇ ਆ ਉਹ। ਸਾਡੀ ਜਵਾਨੀ ਨੇ ਪਹਿਲਾਂ ਬਹੁਤ ਸੰਤਾਪ ਭੁਗਤਿਆ, ਇਸ ਤਰ੍ਹਾਂ ਦੀ ਗੱਲਾਂ ਕਿਉਂ ਕਰਦੇ ਆ? ਇਹ ਉਹਨਾਂ ਦਾ ਕੋਈ ਠੀਕ ਗੱਲ ਨਹੀਂ ਹੈ ਸਾਰੀ। ਜੀ ਬਿਲਕੁਲ ਤੁਸੀਂ ਕਹਿ ਰਹੇ ਹੋ, ਜਦੋਂ ਕਹਿ ਰਹੇ ਕਿ ਬਗਾਵਤ ਕਰਾਉਣਾ ਚਾਹੁੰਦੇ ਆ, ਪਰ ਜਿਸ ਤਰ੍ਹਾਂ ਦਾ ਉਹਨਾਂ ਦੇ ਕਮੈਂਟਸ ਜਿਹੜੇ ਹੈਗੇ ਆਏ ਹੈ, ਤੁਹਾਨੂੰ ਲੱਗਦਾ ਹੈ ਕਿ ਲਗਾਤਾਰ ਜਿਹੜਾ ਹੈਗਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇੱਕ ਧਿਰ ਦੀ ਪੁਸ਼ਤਬਨਾਈ ਕਰ ਰਹੇ ਆ, ਜਾਨੀ ਇੱਕ ਧਿਰ ਦੀ ਹਮਾਇਤ ਕਰ ਰਹੇ ਆ ਸਿੱਧੇ ਤੌਰ ਤੇ? ਕਿਉਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਆਪਣੇ ਭਾਸ਼ਣ ਦੇ ਵਿੱਚ ਕਿ ਕੁਝ ਲੋਕ ਸਿੱਧੇ ਤੌਰ ਤੇ ਮੇਰੇ ਕੋਲੇ ਆ ਕੇ ਕਹਿੰਦੇ ਸੀ ਕਿ ਤੁਸੀਂ ਬਾਦਲਾਂ ਦਾ ਨਾਮ ਲੈ ਦਿਓ, ਜਿਨ੍ਹਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਜ਼ਿਕਰ ਕਰ ਰਹੇ ਹੋ, ਕਹਿੰਦੇ ਮਾਮਲਾ ਹੀ ਸਾਰਾ ਖਤਮ ਹੋ ਜਾਏਗਾ। ਸੋ ਇਸ ਤਰੀਕੇ ਨਾਲ ਉਹ ਕਹਿੰਦੇ ਆ ਕਿ ਜੀ ਜਾਣਬੁੱਝ ਕੇ ਬਾਦਲਾਂ ਦੇ ਪਰਿਵਾਰ ਦੇ ਨਾਂ ਨੂੰ ਘਸੀਟਿਆ ਜਾ ਰਿਹਾ ਹੈ, ਜਥੇਦਾਰ ਆਪਣੇ ਮੂੰਹੋਂ ਕਹਿ ਰਹੇ ਆ ਗੱਲ। ਦੇਖੋ, ਗੱਲ ਇਹ ਆ ਕਿ ਉਹ ਤਾਂ ਜਥੇਦਾਰ ਸਾਹਿਬ ਹੀ ਦੱਸ ਸਕਦੇ ਆ, ਕਿਸੇ ਸਧਾਰਨ ਆਦਮੀ ਦੀ ਜਾਂ ਸੰਸਥਾ ਦੀ ਕਿੱਦਾਂ ਔਕਾਤ ਹੋ ਸਕਦੀ ਹੈ ਕਿ ਜਥੇਦਾਰ ਸਾਹਿਬ ਨੂੰ ਗਲਤ ਕੰਮ ਕਰਨ ਲਈ ਕਹਿ ਦੇ। ਇਹਦਾ ਮਤਲਬ ਜਥੇਦਾਰ ਸਾਹਿਬ ਪਹਿਲਾਂ ਗਲਤ ਕੰਮ ਕਰਦੇ ਹੋਣੇ ਨਾ, ਤਾਂ ਹੀ ਪਹੁੰਚ ਕੀਤੀ ਨਾ ਅਗਲਿਆਂ ਨੇ। ਸਾਨੂੰ ਨਹੀਂ ਕੋਈ ਆ ਕੇ ਕਹਿੰਦਾ ਗਲਤ ਗੱਲ ਕਹਿ ਦਿਓ, ਸਾਨੂੰ ਨਹੀਂ ਕਹਿ ਸਕਦਾ, ਅਸੀਂ ਸਧਾਰਨ ਬੰਦੇ ਆ। ਜਥੇਦਾਰ ਸਾਹਿਬ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਸਾਡੇ ਸਾਰਿਆਂ ਦੇ ਸਤਿਕਾਰਯੋਗ ਆ ਸ਼੍ਰੀ ਅਕਾਲ ਤਖ਼ਤ ਸਾਹਿਬ, ਤੇ ਉਹਨਾਂ ਨੂੰ ਕਿਸ ਨੇ ਕਿੱਦਾਂ ਕਹਿਤਾ? ਮੇਰਾ ਇਹਦੇ ਤੇ ਵੀ ਕੁਐਸਚਨ ਮਾਰਕ ਆ। ਤੇ ਉਹ ਇਹਦਾ ਮਤਲਬ ਇਹ ਵੀ ਫਿਰ ਕਿਸੇ ਦੇ ਕਹੇ ਤੋਂ ਹੀ ਕਹਿ ਰਹੇ ਆ ਨਾ, ਜਿਹੜਾ ਸੰਵਿਧਾਨਿਕ ਸੰਸਥਾਵਾਂ ਤੇ ਕੁਐਸਚਨ ਮਾਰਕ ਕਰਦੇ ਆ, ਭਾਰਤ ਦੀ ਸਰਕਾਰ ਤੇ ਕੁਐਸਚਨ ਮਾਰਕ ਕਰਦੇ ਆ, ਭਾਰਤ ਦੀ ਵਿਵਸਥਾ ਤੇ ਕੁਐਸਚਨ ਮਾਰਕ ਕਰਦੇ ਆ, ਉਹ ਵੀ ਕਿਸੇ ਦੇ ਕਹਿਣ ਤੇ ਕਹਿ ਰਹੇ ਹੁਣ, ਇਹ ਵੀ ਜਥੇਦਾਰ ਸਾਹਿਬ ਦੱਸਦੇ। ਗਰੇਵਾਲ ਸਾਹਿਬ, ਜਿਹੜੇ ਤੁਸੀਂ ਕਮੈਂਟਸ ਕਰ ਰਹੇ ਹੋ, ਇਹਦੇ ਤੋਂ ਲੱਗਦਾ ਹੈ ਪਿਛਲੇ ਦਿਨਾਂ 'ਚ ਲਗਾਤਾਰ ਇਹ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੂਜੇ ਸਿੰਘ ਸਾਹਿਬਾਨ ਵਿਵਾਦਾਂ ਦੇ ਵਿੱਚ ਘਿਰੇ ਰਹੇ ਹੈ। ਜਿਸ ਤਰ੍ਹਾਂ ਤੁਸੀਂ ਡੇਰਾ ਸੌਦਾ ਦੀ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਿਸਟਮ ਹੈ ਜਾਂ ਅਕਾਲੀ ਦਲ ਜਿਸ ਤਰੀਕੇ ਨਾਲ ਜਿਹੜੇ ਦੋਸ਼ ਲੱਗ ਰਹੇ ਹੈ ਕਿ ਰਾਜਸੀ ਤੌਰ ਤੇ ਇਸਤੇਮਾਲ ਕਰ ਰਿਹਾ ਉਹ ਧਾਰਮਿਕ ਸੰਸਥਾਵਾਂ ਨੂੰ, ਉਹਦੇ ਨਾਲ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਉਹਨਾਂ ਦਾ ਕੱਦ ਜਾਂ ਵਕਾਰ ਨੀਵਾਂ ਹੋਇਆ? ਤੁਸੀਂ ਸਮਝਦੇ ਹੋ ਕਿ ਇਦਾਂ ਦੀਆਂ ਗੱਲਾਂ ਦੇ ਨਾਲ ਇਹ ਵਕਾਰ ਨੀਵੇਂ ਹੋਇਆ ਜਦੋਂ ਰਾਜਸੀ ਤੌਰ ਤੇ ਇਸਤੇਮਾਲ ਕੀਤਾ ਗਿਆ?
ਦੇਖੋ, ਰਾਜਸੀ ਤੌਰ ਤੇ ਇਸਤੇਮਾਲ ਨਹੀਂ ਕਰਨਾ ਚਾਹੀਦਾ। ਸਿੱਖ ਧਰਮ ਬਹੁਤ ਸ਼ਹਾਦਤਾਂ ਨਾਲ ਸਥਾਪਿਤ ਹੋਇਆ ਧਰਮ ਆ। ਔਰ ਮੈਂ ਇੱਕੋ ਹੀ ਗੱਲ ਜਥੇਦਾਰ ਸਾਹਿਬ ਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣੀ ਚਾਹੁੰਦਾ ਕਿ ਜਦੋਂ ਚਮਕੌਰ ਦੀ ਗੜੀ ਤੇ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਸੀ, ਜਾ ਰਹੇ ਸੀ, ਉੱਥੇ ਲਾਸ਼ਾਂ ਦੇ ਢੇਰ ਪਏ ਸੀ, ਯੁੱਧ ਦਾ ਮੈਦਾਨ ਸੀ, ਤਾਂ ਇੱਕ ਜਗ੍ਹਾ ਜਾ ਕੇ ਘੋੜਾ ਰੁਕ ਗਿਆ। ਉਸ ਜਗ੍ਹਾ ਜਿੱਥੇ ਘੋੜਾ ਰੁਕਿਆ ਤਾਂ ਉਹ ਅੱਖਾਂ ਚੋਂ ਨੀਰ ਵਹਾ ਰਿਹਾ ਸੀ, ਇੱਕ ਪੈਰ ਚੱਕਿਆ ਹੋਇਆ ਸੀ ਉਹਨੇ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਅੱਗੇ ਚਲਾਉਣ ਦੀ, ਘੋੜਾ ਅੱਗੇ ਨਹੀਂ ਗਿਆ। ਪਿੱਛੇ ਪਿੱਛੇ ਭਾਈ ਦਇਆ ਸਿੰਘ ਆ ਰਹੇ ਸੀ, ਤਾਂ ਗੁਰੂ ਸਾਹਿਬ ਨੇ ਕਿਹਾ, ਭਾਈ ਸਾਹਿਬ ਘੋੜਾ ਕਿਉਂ ਨਹੀਂ ਅੱਗੇ ਚੱਲ ਰਿਹਾ? ਉਹ ਅੱਗੇ ਆਏ ਤੇ ਉਹਨਾਂ ਨੇ ਦੇਖਿਆ ਇਹ ਸਾਰਾ ਦ੍ਰਿਸ਼ਟਾਂਤ, ਤੇ ਉਹਨਾਂ ਨੇ ਘੋੜਾ ਦੂਸਰੀ ਤਰਫ ਮੋੜਿਆ ਤੇ ਗੁਰੂ ਸਾਹਿਬ ਨੂੰ ਕਿਹਾ, ਤੁਸੀਂ ਚੱਲੋ, ਮੈਂ ਆਉਣਾ। ਉਹ ਕਹਿੰਦੇ ਵੀ ਤੁਸੀਂ ਕਿਉਂ ਬਾਅਦ ਚ ਆਉਂਦੇ ਹੋ, ਮੇਰੇ ਨਾਲ ਹੀ ਚੱਲੋ। ਉਹ ਕਹਿੰਦੇ ਨਹੀਂ, ਸਾਹਿਬਜ਼ਾਦਿਆਂ ਦੀ ਲਾਸ਼ ਪਈ ਸੀ, ਘੋੜਾ ਅੱਖਾਂ ਚੋਂ ਨੀਰ ਵਹਾ ਰਿਹਾ ਸੀ, ਇਹ ਉੱਪਰ ਦੀ ਨਹੀਂ ਨਿਕਲ ਰਿਹਾ ਸੀ, ਮੈਂ ਉਹਨਾਂ ਦਾ ਸੰਸਕਾਰ ਕਰਕੇ ਆਉਣਾ। ਤਾਂ ਗੁਰੂ ਸਾਹਿਬ ਨੇ ਕੀ ਕਿਹਾ ਕਿ ਭਾਈ ਸਾਹਿਬ, ਤੁਹਾਡੇ ਤੇ ਖਾਲਸਾ ਦੀ ਸਿੱਖਿਆ ਦਾ ਕੋਈ ਅਸਰ ਨਹੀਂ ਹੈ, ਕਿਉਂਕਿ ਇਹ ਜਿੰਨੀਆਂ ਲਾਸ਼ਾਂ ਪਈਆਂ ਨੇ ਯੁੱਧ ਦੇ ਮੈਦਾਨ ਚੋਂ, ਸਾਰੇ ਮੇਰੇ ਸਾਹਿਬਜ਼ਾਦੇ ਆ, ਇਕੱਲੇ ਮੇਰੇ ਸਾਹਿਬਜ਼ਾਦੇ ਨਹੀਂ ਹੈ, ਇਹ ਆ ਖਾਲਸਾ। ਇੱਥੇ ਮੈਂ, ਮੇਰਾ ਬੇਟਾ, ਮੇਰੀ ਪਤਨੀ, ਇੱਕ ਪਰਿਵਾਰ ਦੀ ਪੁਸ਼ਤਪਨਾਹੀ ਕਰਨਾ, ਇੱਕ ਪਾਰਟੀ ਦੀ ਪੁਸ਼ਤਪਨਾਹੀ ਕਰਨਾ, ਸਿੱਖ ਕੌਮ ਨੂੰ ਨਕਾਰ ਦੇਣਾ, ਇਹ ਜਥੇਦਾਰ ਸਾਹਿਬ ਨੂੰ ਸੋਚਣਾ ਚਾਹੀਦਾ। ਇਹਦੇ ਤੇ ਸਿੱਖ ਇਤਿਹਾਸ ਮੇਰੇ ਨਾਲ ਜ਼ਿਆਦਾ ਜਾਣਦੇ ਆ, ਸਿੱਖ ਇਤਿਹਾਸ ਦੇ, ਕਿਉਂਕਿ ਜਥੇਦਾਰ ਤਦ ਹੀ ਬਣੇ ਜੇ ਉਹ ਉਹਦੇ ਵਿਦਵਾਨ ਨੇ। ਮੇਰਾ ਸਿਰ ਝੁਕਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ, ਮੇਰਾ ਸਿਰ ਝੁਕਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਮੈਂ ਵੀ ਉਹਨੂੰ ਗੁਰੂ ਮੰਨਦਾ, ਪਰ ਉਹਨਾਂ ਨੂੰ ਇੱਕ ਪਰਿਵਾਰ ਦੀ ਪੁਸ਼ਤਪਨਾਹੀ ਨਹੀਂ ਕਰਨੀ ਚਾਹੀਦੀ। ਇਹ ਮੇਰੀ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਅਪੀਲ ਹੈ। ਇਹਦੇ ਲਈ ਜ਼ਰੂਰ ਜਿਹੜਾ ਸਿੱਖ ਕੌਮ ਉਹਨਾਂ ਦੇ ਕੋਲੋਂ ਸਪਸ਼ਟੀਕਰਨ ਮੰਗਦੀ ਹੈ। ਜੀ ਗਰੇਵਾਲ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਕਮੈਂਟਸ ਕਰ ਰਹੇ ਹੋ ਕਿ ਸਾਫ਼ ਹੈ, ਜਦੋਂ ਮਾਮਲਾ ਸ਼ਹਾਦਤ ਦਾ ਜ਼ਿਕਰ ਹੁੰਦਾ ਤਾਂ ਉਦੋਂ ਸਾਰੇ ਬਰਾਬਰੀ ਹੁੰਦੀ ਹੈ। ਜੇ ਗੁਰੂ ਸਾਹਿਬਾਨ ਦੀਆਂ ਨਜ਼ਰਾਂ ਸਾਰੇ ਬਰਾਬਰ ਹੈ ਤਾਂ ਪੰਥ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਨਜ਼ਰਾਂ 'ਚ ਬਰਾਬਰ ਹੋਣਾ ਚਾਹੀਦਾ। ਜਦੋਂ ਆਪਾਂ ਪੰਥ ਦੇ ਮੁੱਦਿਆਂ ਦਾ ਜ਼ਿਕਰ ਕਰਦੇ ਹਾਂ, ਬਹੁਤ ਅਹਿਮ ਮੁੱਦਿਆਂ ਤੇ ਤੁਸੀਂ ਚਰਚਾ ਕਰ ਰਹੇ ਹੋ, ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈ ਰਹੀ ਹੈ। ਇਸ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆਪਾਂ ਆ ਰਹੇ ਹਾਂ ਵਾਪਸ। ਆਮਣੇ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਹਨ ਭਾਰਤੀ ਜਨਤਾ ਪਾਰਟੀ ਦੇ ਕਦਾਵਰ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਜੀ, ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਜਿਹੜੇ ਕਮੈਂਟਸ ਕੀਤੇ ਉਹਦੇ ਬਾਰੇ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ। ਇੱਕ ਅਹਿਮ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਹੈ, ਉਸ ਸਮਾਗਮ ਨੂੰ ਸੰਬੋਧਨ ਕਰਦਿਆਂ ਗੱਲ ਕਹੀ ਸੀ ਕਿ ਕੋਈ ਤਰ੍ਹਾਂ ਜਿਹੜੀਆਂ ਸਰਕਾਰਾਂ ਆਪਣੇ ਹੱਥ ਠੋਕਿਆਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਜ਼ਿਕਰ ਕੀਤਾ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੇ ਹੱਥ ਠੋਕਿਆਂ ਰਾਹੀਂ, ਆਪਣੇ ਪਿੱਠੂਆਂ ਰਾਹੀਂ ਕਬਜ਼ਾ ਕਰਨਾ ਚਾਹੁੰਦੀਆਂ। ਕੀ ਲੱਗਦਾ ਹੈ ਕਿਤੇ ਇਸ਼ਾਰਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਵੱਲ ਤਾਂ ਨਹੀਂ ਕਿ ਤੁਸੀਂ ਆਪਣੇ ਹੱਥ ਠੋਕਾਂ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਹੋਣਾ ਚਾਹੁੰਦੇ ਹੋ ਗਰੇਵਾਲ ਜੀ? ਦੇਖੋ, ਅਸੀਂ ਤਾਂ ਭਾਰਤੀ ਜਨਤਾ ਪਾਰਟੀ ਨਾ ਤਾਂ ਚੋਣਾਂ ਲੜਦੀ ਆ, ਨਾ ਕਿਸੇ ਦੇ ਧਾਰਮਿਕ ਮਾਮਲਿਆਂ 'ਚ ਦਖਲ ਦਿੰਦੀ ਆ, ਤੇ ਨਾ ਅਸੀਂ ਅੱਗੇ ਦਖਲ ਦੇਣਾ, ਠੀਕ ਹੈ। ਤੇ ਉਹਦੇ 'ਚ ਡੈਮੋਕ੍ਰੈਟਿਕਲੀ ਇਲੈਕਟਡ ਸੰਸਥਾ, ਉਹਦਾ ਡੈਮੋਕ੍ਰੈਟਿਕਲੀ ਇਲੈਕਟ ਹੋਣੀ ਚਾਹੀਦੀ ਹੈ, ਉਹ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਨੇ। ਇਹ ਸਾਡੀ ਸਰਕਾਰ ਦਾ ਜਿਹੜਾ ਹੈਗਾ, ਉਹਨਾਂ ਨੇ ਇਸੇ ਕਰਕੇ ਕਮਿਸ਼ਨਰ ਲਗਾ ਦਿੱਤਾ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅੰਦਰੋਂ ਡਰ ਖਾ ਰਿਹਾ ਕਿ ਕੌਮ ਉਹਨਾਂ ਦੇ ਖਿਲਾਫ ਆ, ਤੇ ਕਿਤੇ ਇਹ ਨਾ ਹੋਵੇ ਉਹ ਐਤਕੀ ਚੋਣਾਂ ਹਾਰ ਜਾਣ ਤੇ ਸ਼੍ਰੋਮਣੀ ਕਮੇਟੀ ਤੋਂ ਉਹਨਾਂ ਦਾ ਕਬਜ਼ਾ ਚਲਾ ਜਾਵੇ। ਇਹੀ ਜਥੇਦਾਰ ਸਾਹਿਬ ਨੂੰ ਚਿੰਤਾ ਸਤਾਈ ਜਾਂਦੀ ਹੈ, ਇਹੀ ਸੁਖਬੀਰ ਸਿੰਘ ਬਾਦਲ ਜੀ ਨੂੰ ਸਤਾਈ ਜਾਂਦੀ। ਇਸ ਕਰਕੇ ਇਹਦੇ 'ਚ ਅਸੀਂ ਉਹਨਾਂ ਦੇ ਨਿਵਾਰਨ ਨਹੀਂ ਕਰ ਸਕਦੇ। ਬਿਲਕੁਲ ਗਰੇਵਾਲ ਜੀ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਰੇ ਅਹਿਮ ਕਮੈਂਟ ਕੀਤਾ ਹੈ। ਦੁਨੀਆ ਭਰ 'ਚ ਬੈਠਾ ਜਿਹੜਾ ਸਿੱਖ ਭਾਈਚਾਰਾ ਜਿਹੜੇ ਤੁਹਾਨੂੰ ਸੁਣ ਰਹੇ ਹੈ, ਸਾਰੇ ਚਾਹੁੰਦੇ ਹੈ ਕਿ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੀਆਂ ਚੋਣਾਂ ਹੋਣੀਆਂ ਚਾਹੀਦੀਆਂ। ਹੁਣ ਕੇਂਦਰ 'ਚ ਤੁਹਾਡੀ ਸਰਕਾਰ ਹੈ, ਇਸ ਮੁੱਦੇ ਤੇ ਤੁਸੀਂ ਜ਼ਿਕਰ ਵੀ ਕਰ ਰਹੇ ਹੋ। ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕੀਤੀ ਜਾਏਗੀ ਕਿ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ, ਤਾਂ ਕਿ ਸਿੱਖ ਭਾਈਚਾਰੇ ਨੂੰ ਆਪਣੀ ਨਵੀਂ ਲੀਡਰਸ਼ਿਪ ਆਪਣੀ ਮਰਜ਼ੀ ਮੁਤਾਬਕ ਚੁਣਨ ਦਾ ਮੌਕਾ ਮਿਲ ਜਾਵੇ, ਕਿਉਂਕਿ ਪਿਛਲੇ ਲੋਕ ਕਾਫੀ ਲੰਬੇ ਸਮੇਂ ਤੋਂ ਅਹੁਦਿਆਂ ਤੇ ਕਾਬਜ਼ ਬੈਠੇ ਹੈ। ਜੀ ਗਰੇਵਾਲ ਜੀ। ਦੇਖੋ, ਇਸ ਤਰ੍ਹਾਂ ਕਿ ਇਹ ਹੋਣੀਆਂ ਚਾਹੀਦੀਆਂ ਨੇ ਚੋਣਾਂ, ਔਰ ਇਸ ਸੰਸਥਾ ਦੀਆਂ, ਔਰ ਧਾਰਮਿਕ ਵਿਅਕਤੀ ਔਰ ਨਿਰਪੱਖ ਵਿਅਕਤੀ, ਧਰਮ ਦੀ ਸੇਵਾ ਕਰਨ ਵਾਲੇ ਔਰ ਸਮਾਜ ਦੀ ਸੇਵਾ ਕਰਨ ਵਾਲੇ ਇਹਦੇ 'ਚ ਹੋਣੇ ਚਾਹੀਦੇ ਆ। ਇਹ ਅੱਜ ਤੱਕ ਜੋ ਚੱਲ ਰਿਹਾ, ਸਾਡੇ ਜਿਹੜੇ ਸਿੱਖ ਕੌਮ ਦੇ ਬੱਚੇ ਆ, ਉਹ IAS IPS ਔਰ ਹੋਰ ਕੰਪੀਟੀਟਿਵ ਜਿਹੜੇ ਐਗਜ਼ਾਮ ਨੇ, ਉਹਨਾਂ 'ਚ ਗਿਣਤੀ ਸੰਖਿਆ ਘੱਟ ਹੋਈ ਹੈ। ਇਸ ਦੀ ਚਿੰਤਾ ਵੀ ਜਥੇਦਾਰ ਸਾਹਿਬ ਨੂੰ ਕਰਨੀ ਚਾਹੀਦੀ ਸੀ। ਔਰ ਪਿੰਡਾਂ ਦੇ ਅੰਦਰ ਜਿਹੜੇ ਗੁਰਦੁਆਰੇ ਬਣੇ ਹੋਏ ਆ,
ਉਹਨਾਂ ਦੇ ਅੰਦਰ ਇਹ ਜੱਟਾਂ ਦਾ ਗੁਰਦੁਆਰਾ, ਇਹ ਰਵਿਦਾਸੀਆਂ ਦਾ ਗੁਰਦੁਆਰਾ। ਗੁਰੂ ਨਾਨਕ ਦਾ ਵਿਚਾਰ ਇਹ ਨਹੀਂ ਕਹਿੰਦਾ ਇਹ ਜੱਟਾਂ ਦਾ ਸ਼ਮਸ਼ਾਨ, ਇਹ ਰਵਿਦਾਸੀਆਂ ਦਾ ਸ਼ਮਸ਼ਾਨ, ਇਹ ਨਹੀਂ ਕਹਿੰਦਾ ਗੁਰੂ ਨਾਨਕ ਦਾ ਵਿਚਾਰ। ਉਹ ਕਹਿੰਦੇ ਆ ਮਾਨਸ ਕੀ ਜਾਤ ਸਭੇ ਏਕੇ ਪਹਿਚਾਨੋ। ਤੇ ਜਥੇਦਾਰ ਸਾਹਿਬ ਨੇ ਇਹ ਕੰਮ ਕੀਤਾ ਨਹੀਂ ਹੈ, ਉਹ ਰਾਜਨੀਤੀ ਕਰਨ ਲੱਗੇ। ਮੈਂ ਤਾਂ ਸਮਝਦਾ ਉਹਨਾਂ ਨੂੰ ਇੱਥੋਂ ਛੱਡ ਕੇ ਚੁਣਾਵ ਲੜ ਲੈਣਾ ਚਾਹੀਦਾ। ਮੇਰੀ ਉਹਨਾਂ ਨੂੰ ਇਹੀ ਪ੍ਰਾਰਥਨਾ, ਇਸ ਕੰਮ 'ਚ ਨਾ ਪੈਣ। ਤੇ ਇਹ ਠੀਕ ਨਹੀਂ ਜੋ ਕਰ ਰਹੇ ਨੇ, ਔਰ ਇਹ ਉਹਨਾਂ ਨੂੰ ਕੌਮ ਦੇ ਲਈ ਬਹੁਤ ਬੜਾ ਗੁਨਾਹ ਕਰ ਰਹੇ ਆ, ਇਹ ਨਹੀਂ ਕਰਨਾ ਚਾਹੀਦਾ। ਮੇਰੀ ਉਹਨਾਂ ਨੂੰ ਇਹੀ ਪ੍ਰਾਰਥਨਾ। ਜੀ ਗਰੇਵਾਲ ਸਾਹਿਬ, ਅਕਾਲ ਤਖ਼ਤ ਦੇ ਜਥੇਦਾਰ ਨੇ ਇਹ ਵੀ ਕਿਹਾ, ਜਦੋਂ ਤੁਸੀਂ ਈਵੀਐਮ ਮਸ਼ੀਨਾਂ ਦੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਕੇਂਦਰ ਦੀ ਸਰਕਾਰ ਦੀ ਆਲੋਚਨਾ ਕੀਤੀ, ਤਾਂ ਇਸ ਆਲੋਚਨਾ ਦੇ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਇਸ ਜਿਹੜੀ ਕੇਂਦਰ 'ਚ ਸੱਤਾ 'ਚ ਬੈਠੇ ਲੋਕ ਹੈ, ਉਹ ਘੱਟ ਗਿਣਤੀਆਂ ਦੇ ਬਾਰੇ 'ਚ ਸਹੀ ਢੰਗ ਨਾਲ ਨਹੀਂ ਸੋਚਦੇ। ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਮੌਜੂਦਾ ਜਿਹੜਾ ਹੈਗਾ ਸਿਸਟਮ ਦੇ ਅੰਦਰ, ਮੌਜੂਦਾ ਸਰਕਾਰ ਦੇ ਹੁੰਦੇ। ਇਸ ਤਰ੍ਹਾਂ ਇਹ ਜਥੇਦਾਰ ਸਾਹਿਬ ਕਿਹਦੇ ਇਸ਼ਾਰੇ ਤੇ ਕਰ ਰਹੇ ਆ ਮੈਨੂੰ ਨਹੀਂ ਪਤਾ, ਪਰ ਸਿੱਖਾਂ ਨੂੰ ਆ ਦੇਖੋ, ਬਲਵੰਤ ਸਿੰਘ ਰਾਜੋਆਣਾ ਗੁਨਾਹਗਾਰ ਸੀ, ਉਹਦੇ ਲਈ ਵੀ ਸਾਡੀ ਸਰਕਾਰ ਨੇ ਲਿਖ ਦਿੱਤਾ ਹੈਗਾ। ਔਰ ਉਸ ਤੋਂ ਪਹਿਲਾਂ ਵੀ ਕਾਲੀ ਸੂਚੀ ਚੋਂ ਕਿੰਨੇ ਸਿੱਖ ਕੱਢੇ ਨੇ, ਇਹ ਇਹਨਾਂ ਨੂੰ ਪਤਾ ਹੋਣਾ ਜਥੇਦਾਰ ਸਾਹਿਬ ਨੂੰ। ਔਰ ਉਸ ਤੋਂ ਬਾਅਦ ਸੱਜਣ ਕੁਮਾਰ ਨੂੰ ਜਿਹੜੀ ਸਿੰਬੋਲਿਕ ਉਸ ਵੇਲੇ ਦੀ ਸਭ ਨੇ ਛੱਡਤਾ ਸੀ, ਅਦਾਲਤਾਂ ਚੋਂ ਬਰੀ ਹੋ ਗਿਆ ਸੀ, ਉਸ ਤੋਂ ਬਾਅਦ ਦੁਬਾਰਾ ਉਹ ਫਾਈਲ ਖੁਲਵਾਈ ਔਰ ਉਹਨੂੰ ਸਜ਼ਾ ਕਰਵਾਈ। ਔਰ ਉਸ ਤੋਂ ਬਾਅਦ 5-5 ਲੱਖ ਰੁਪਇਆ ਸਿੱਖ ਵਿਧਵਾਵਾਂ ਨੂੰ ਸਾਡੀ ਸਰਕਾਰ ਨੇ ਦਿੱਤਾ। ਹੋਰ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਡੀ ਸਰਕਾਰ ਨੇ ਖੋਲਿਆ। ਤੇ ਹੋਰ ਮੋਦੀ ਜੀ ਜੋ ਸਿੱਖਾਂ ਦੇ ਲਈ ਜੋ ਕਰ ਸਕਦੇ ਆ ਸਭ ਤੋਂ ਬਿਹਤਰ, ਔਰ 550 ਸਾਲਾ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਦਾ, ਗੁਰੂ ਤੇਗ ਬਹਾਦਰ ਜੀ ਦਾ, ਔਰ ਜਿੰਨੇ ਦਿਹਾੜੇ ਮਨਾਏ ਜਾ ਰਹੇ ਆ। ਔਰ ਸਾਡੇ ਗੁਰਦੁਆਰਾ ਸਾਹਿਬਾਨ ਜਿਹੜੇ ਹੈਗੇ ਆ ਇੱਧਰ ਨਾਰਥ ਈਸਟ ਦੇ ਅੰਦਰ, ਉੱਥੇ ਇੱਕ ਵੀ ਸਿੱਖ ਨਹੀਂ ਰਹਿੰਦਾ, ਉਹਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ। ਤਾਂ ਮੋਦੀ ਜੀ ਦੀ ਸਰਕਾਰ ਨੇ ਆ ਕੇ ਆਰਮੀ ਦੀ ਡਿਊਟੀ ਲਗਾਈ, ਸਪੈਸ਼ਲੀ ਉੱਥੇ ਕਿਹਾ ਕਿ ਸਿੱਖ ਅਧਿਕਾਰੀ ਲਗਾਏ ਜਾਣ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਨ, ਉਹਦਾ ਸਤਿਕਾਰ ਕਰਨ। ਤੇ ਇਸ ਤੋਂ ਜ਼ਿਆਦਾ ਮੋਦੀ ਜੀ ਕੀ ਕਰ ਸਕਦੇ ਆ? ਜਥੇਦਾਰ ਸਾਹਿਬ ਨੂੰ ਦਿਖਾਈ ਨਹੀਂ ਦਿੰਦਾ? ਉਹ ਕਹਿੰਦੇ ਆ ਸਿੱਖ ਵਿਰੋਧੀ ਹੈ, ਇਹ ਮਿਨੋਰਟੀ ਦੇ ਖਿਲਾਫ ਆ। ਕਿਸੇ ਮਿਨੋਰਟੀ ਦੇ ਕੋਈ ਖਿਲਾਫ ਨਹੀਂ ਹੈ। ਇਹ ਜਥੇਦਾਰ ਸਾਹਿਬ ਦੇ ਦੇਖਣ ਦਾ ਚਸ਼ਮਾ ਅਲੱਗ ਆ, ਉਹ ਸ਼੍ਰੋਮਣੀ ਅਕਾਲੀ ਦਲ ਦਾ ਚਸ਼ਮਾ ਲਗਾ ਕੇ ਬੈਠੇ ਆ। ਇਹ ਨਹੀਂ ਦੇਖਣਾ ਚਾਹੀਦਾ। ਜੀ ਗਰੇਵਾਲ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਆ, ਉਹਦੇ ਹੁੰਦਿਆਂ ਕਈ ਸੂਬਿਆਂ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਤੇ ਕਬਜ਼ੇ ਹੋਏ ਆ, ਕਈ ਜਗ੍ਹਾ ਤੇ ਢਾਏ ਗਏ ਆ। ਇਸ ਕਰਕੇ ਜਿਹੜਾ ਹੈਗਾ ਬਰਾਬਰ ਦਾ ਸਾਰੇ ਧਰਮਾਂ ਨੂੰ ਜੇ ਸਤਿਕਾਰ ਜਾਂ ਮਾਣ ਮਿਲਣ ਦੀ ਗੱਲ ਹੈ, ਉਹਦੇ ਬਾਰੇ ਚ ਵੀ ਸਵਾਲ ਉਠਾਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਦੇਖੋ, ਇਹ ਉਹਨਾਂ ਦਾ ਦੇਖਣ ਦਾ ਨਜ਼ਰੀਆ, ਕੁਛ ਨਾ ਕੁਛ ਕਿਤੇ ਜ਼ਰੂਰ ਹੋਇਆ ਹੋਣਾ, ਮੈਂ ਇਹ ਨਹੀਂ ਕਹਿੰਦਾ। ਪਰ ਜਿੱਥੋਂ ਤੱਕ ਹੈ ਮੈਕਸਿਮਮ ਜੋ ਸਾਡੀ ਸਰਕਾਰ ਦੇ ਨੋਟਿਸ 'ਚ ਆਉਂਦਾ, ਉਸ ਨੂੰ ਸਰਕਾਰ ਦਰੁਸਤ ਕਰ ਰਹੀ ਹੈ। ਔਰ ਇਸ ਚੀਜ਼ ਨੂੰ, ਸੱਚਾਈ ਨੂੰ ਵੀ ਮੰਨਣਾ ਚਾਹੀਦਾ। ਜਿਹੜੇ ਸਿੱਖ ਅੱਜ ਸਮਰਥਨ ਕਰ ਰਹੇ ਆ ਭਾਜਪਾ ਦਾ, ਅਗਰ ਸਿੱਖਾਂ ਦੀਆਂ ਵੋਟਾਂ ਮਿਲਦੀਆਂ ਨੇ, ਅਗਰ ਮੁਸਲਿਮ ਵੋਟਾਂ ਮਿਲਦੀਆਂ ਨੇ, ਤਦ ਹੀ ਤਾਂ ਸਾਡੀਆਂ ਸਰਕਾਰਾਂ ਬਣਦੀਆਂ ਨੇ। ਤੇ ਇਸ ਕਰਕੇ, ਔਰ ਪੰਜਾਬ ਦੇ ਅੰਦਰ ਇਹਨਾਂ ਨੂੰ ਡਰ ਇਹ ਲੱਗਿਆ ਹੋਇਆ ਕਿ ਭਾਰਤੀ ਜਨਤਾ ਪਾਰਟੀ ਬਹੁਤ ਮਜ਼ਬੂਤ ਹੁੰਦੀ ਜਾ ਰਹੀ ਹੈ, ਔਰ ਆਉਣ ਵਾਲੇ ਟਾਈਮ ਦੇ ਅੰਦਰ ਇਸੇ ਕਰਕੇ ਵਿਰੋਧ ਕਰਵਾ ਰਹੇ ਆ ਸਾਰਾ ਲੱਗ ਕੇ, ਹੋਰ ਕੋਈ ਗੱਲ ਨਹੀਂ ਹੈ। ਔਰ ਜਦੋਂ ਤੱਕ ਜਿੰਨੀਆਂ ਮੋਹਰਾਂ ਲੱਗੀਆਂ, ਲੌਂਗੋਵਾਲ ਸਾਹਿਬ ਨੂੰ ਦੱਸੋ ਕਿ ਅੱਜ ਤੋਂ 2 ਮਹੀਨੇ ਪਹਿਲਾਂ ਤੱਕ ਜਿੰਨੇ ਭਾਰਤ ਸਰਕਾਰ ਨੇ ਫੈਸਲੇ ਲਏ, ਸਾਰਿਆਂ ਤੇ ਸੁਖਬੀਰ ਸਿੰਘ ਬਾਦਲ ਦਾ, ਹਰਸਿਮਰਤ ਕੌਰ ਬਾਦਲ ਸਰਕਾਰ ਦੀ ਮੰਤਰੀ ਸੀ, ਉਹਦੀਆਂ ਮੋਹਰਾਂ ਲੱਗੀਆਂ ਨੇ। ਕਿਤੇ 2.5 ਸੈਂਟ ਨੋਟ ਨਹੀਂ ਹੈ ਉਹਦਾ। ਔਰ ਇਹ ਜਥੇਦਾਰ ਸਾਹਿਬ ਨੂੰ ਵੀ ਸੋਚ ਲੈਣਾ ਚਾਹੀਦਾ, ਇਹ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਸਮਝ ਲੈਣਾ ਚਾਹੀਦਾ। ਤੇ ਉਹ ਬਰਾਬਰ ਦੇ ਭਾਗੀਦਾਰ ਨੇ। ਜੇ ਪੰਜਾਬ 'ਚ ਡਰੱਗ ਮਾਫੀਆ ਹੋਇਆ, ਜੇ ਪੰਜਾਬ 'ਚ ਲੈਂਡ ਮਾਫੀਆ ਹੋਇਆ, ਜੇ ਸੈਂਡ ਮਾਫੀਆ ਹੋਇਆ, ਜੇ ਲਾਅਲੈਸਨੈਸ ਹੋਈ, ਅਕਾਲੀ ਭਾਜਪਾ ਸਰਕਾਰ ਤਾਂ ਅਸੀਂ ਬਰਾਬਰ ਦੇ ਜ਼ਿੰਮੇਦਾਰ ਹਾਂ। ਅਸੀਂ ਅੱਜ ਵੀ ਕਹਿੰਦੇ ਆ, ਇੱਕ ਤਾਣ ਕੇ ਕਹਿੰਦੇ ਆ ਕਿ ਗਲਤੀਆਂ ਹੋਈਆਂ, ਉਹਦੇ ਵੀ ਅਸੀਂ ਭਾਗੀਦਾਰ ਹਾਂ। ਪਰ ਇਹ ਵੀ ਇਹਨਾਂ ਨੂੰ ਵੀ ਕਹਿਣਾ ਚਾਹੀਦਾ, ਜੇ ਕੇਂਦਰ ਸਰਕਾਰ 'ਚ ਕੋਈ ਗਲਤ ਕੰਮ ਹੋਏ ਨਾ, ਤਾਂ ਇਹ ਬਰਾਬਰ ਦੇ ਭਾਗੀਦਾਰ ਨੇ। ਪਹਿਲਾਂ ਇਹਨਾਂ ਨੂੰ ਸਜ਼ਾ ਲਾਉਣ ਅਕਾਲ ਤਖਤ ਤੇ ਬੁਲਾ ਕੇ, ਜੇ ਕੁਝ ਗਲਤ ਆ। ਕੁਛ ਵੀ ਗਲਤ ਨਹੀਂ ਹੋਇਆ ਸਾਡੀ ਸਰਕਾਰ 'ਚ। ਨਰਿੰਦਰ ਮੋਦੀ ਜੀ ਸਰਕਾਰ सबका साथ, सबका विकास, सबका विश्वास लेके चल रही है। वो गुरु नानक देव ਦਾ ਹੀ ਵਿਚਾਰ ਆ, ਸਰਬ ਸਾਂਝੀ ਵਾਲਤਾ ਦਾ। ਉਹ ਭਗਵਾਨ ਸ਼੍ਰੀ ਰਾਮ ਦਾ ਵਿਚਾਰ ਆ ਜਿਹੜਾ ਲੈ ਕੇ ਅਸੀਂ ਚੱਲ ਰਹੇ ਹਾਂ। ਤੇ ਇਸ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਦੇ ਵਿਚਾਰ ਨੂੰ ਲੈ ਕੇ। ਗਰੇਵਾਲ ਸਾਹਿਬ, ਤੁਹਾਡੀ ਆ ਗਈ ਗੱਲ, ਪਰ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਤੁਸੀਂ ਖੁਦ ਕਮੈਂਟਸ ਕਰ ਰਹੇ ਹੋ, ਪੰਜਾਬ ਦਾ ਅਸੀਂ ਗੱਲ ਕਰਦੇ ਹੋ ਕਿ ਜਿਹੜਾ ਅਗਲੇ ਦਿਨਾਂ 'ਚ ਅਸੀਂ ਦੇਖ ਲਾਂਗੇ, ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਅਸੀਂ 117 ਦੀਆਂ 117 ਸੀਟਾਂ ਤੇ ਚੋਣ ਲੜਾਂਗੇ। ਸੁਖਬੀਰ ਬਾਦਲ ਦੇ ਅੱਜ ਦੀ ਕਮੈਂਟਸ ਹੈ, ਕਹਿੰਦੇ ਪਤਾ ਲੱਗ ਜਾਏਗਾ, ਇੱਕ ਡੈਮੋਕ੍ਰੈਟਿਕ ਅਧਿਕਾਰ ਹੈ, ਅਲੱਗ ਚੋਣ ਲੜ ਕੇ ਵੀ ਦੇਖ ਲੈਣ। ਉਹਨਾਂ ਨੂੰ ਲੱਗਦਾ ਹੈ ਕਿ ਭਾਜਪਾ ਨੂੰ ਪੰਜਾਬ ਦੇ ਅੰਦਰ
ਕੋਈ ਮੂੰਹ ਨਹੀਂ ਲਾਏਗਾ। ਖਾਸ ਤੌਰ ਤੇ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤਾਂ ਕਿਸਾਨੀ ਅੰਦੋਲਨ ਦੇ ਚੱਲਦਿਆਂ ਹੋਰ ਵੀ ਮੁਸ਼ਕਲ ਆਏਗੀ। ਬਿਲਕੁਲ ਕੋਈ ਮੁਸ਼ਕਲ ਸਾਨੂੰ ਨਹੀਂ ਆਉਣ ਵਾਲੀ। ਕਿਸਾਨ ਵੀ ਸਾਡਾ ਸਾਥ ਦੇਣਗੇ। ਕਿਸਾਨਾਂ ਨੂੰ ਵੀ ਪਤਾ ਲੱਗ ਜੂ, ਜਿਹੜਾ ਇਹਨਾਂ ਨੇ ਗੁੰਮਰਾਹ ਕੀਤਾ ਹੋਇਆ ਉਹਨਾਂ ਨੂੰ ਸਮਝ ਆ ਜੂ ਕਿ ਸਾਡੀ ਸਰਕਾਰ ਉਹਨਾਂ ਦੀ ਹਿਤੈਸ਼ੀ ਹੈ ਔਰ ਖੇਤੀ ਦੇ ਹੱਕ 'ਚ ਅਸੀਂ ਸਾਰਾ ਕੁਝ ਕਰ ਰਹੇ ਹਾਂ। ਔਰ ਜੇ ਕਿਸਾਨਾਂ ਨੂੰ ਕੋਈ ਗੱਲ ਗਲਤ ਲੱਗਦੀ ਹੈ, ਉਹਨਾਂ ਨਾਲ ਗੱਲਬਾਤ ਬਰਾਬਰ ਚੱਲ ਰਹੀ ਹੈ ਤੇ ਉਹ ਗੱਲਾਂ ਬਾਤਾਂ ਰੋਕਣ 'ਚ ਵੀ ਸ਼ਾਮਲ ਨੇ ਲੋਕ ਕਿ ਉਹ ਨਾ ਹੋਣ। ਇਸ ਕਰਕੇ ਇਹ ਅੰਦੋਲਨ ਨੂੰ ਜਿਸ ਤਰ੍ਹਾਂ ਅੱਗੇ ਵਧਾਉਣਾ ਚਾਹੁੰਦੇ ਆ ਔਰ ਕਿਸੇ ਘੋੜੇ ਤੇ ਸਵਾਰ ਹੋ ਕੇ ਚੱਲਣਾ ਚਾਹੁੰਦੇ ਆ। ਅਕਾਲੀ ਦਲ ਨੂੰ ਵੀ ਅੱਜ ਐਤਕੀ ਪਤਾ ਲੱਗ ਜੂ ਬੀਜੇਪੀ ਤੋਂ ਬਿਨਾਂ ਉਹਨਾਂ ਦਾ ਕੀ ਹਾਲ ਹੁੰਦਾ। ਜੇ 10 ਸੀਟਾਂ ਤੋਂ ਵੱਧ ਆ ਜਾਣ ਤਾਂ ਸਾਨੂੰ ਫੜ ਲਿਓ ਆ ਕੇ। ਹਾਂਜੀ, ਓਕੇ, ਬੜਾ ਵੱਡਾ ਦਾਵਾ ਕਰ ਰਹੇ ਹੋ ਤੁਸੀਂ ਗਰੇਵਾਲ ਜੀ ਕਿ ਜਿਹੜੇ ਲੰਬਾ ਸਮਾਂ 10 ਸਾਲ ਸੱਤਾ 'ਚ ਰਹੇ ਹੈ ਉਹ ਕਹਿੰਦੇ ਕਿ ਅਸੀਂ ਪੰਜਾਬ ਦੇ ਬੜੇ ਵੱਡੇ ਦਾਅਵੇਦਾਰ ਹਾਂ। ਤੁਹਾਨੂੰ ਲੱਗਦਾ ਕਿ ਅਕਾਲੀ ਦਲ ਅੱਗੇ ਨੂੰ 10 ਸੀਟਾਂ ਤੇ ਹੀ ਸੀਮਤ ਰਹਿ ਜਾਏਗਾ ਭਾਜਪਾ ਦੇ ਬਗੈਰ? ਕਿੰਨੀ ਕੁ ਸੱਚਾਈ ਹੈ ਇਸ ਗੱਲ ਦੀ? ਬਿਲਕੁਲ ਬਹੁਤ ਬੜੀ ਸੱਚਾਈ ਹੈ। 45 ਸੀਟਾਂ ਹਿੰਦੂ ਬਹੁਤ ਸੰਖਿਅਕ ਸੀਟਾਂ ਨੇ। ਬਾਕੀ ਸੀਟਾਂ ਦੇ ਸਾਡੇ ਚਿਹਰੇ ਬੜੇ ਬੜੇ ਹੋਣਗੇ ਔਰ ਅਸੀਂ ਇਹ ਚੁਣਾਵ ਜਿੱਤਾਂਗੇ ਹਰ ਹਾਲਤ 'ਚ। ਦੇਖ ਲੈ, ਕਿਧਰੇ ਇਹ ਲੱਗਦਾ ਹੈ ਕੁਝ ਜਿਹੜੀਆਂ ਵਿਰੋਧੀ ਧਿਰਾਂ ਇਹ ਵੀ ਕਹਿ ਰਹੀਆਂ ਹੈ ਕਿ ਭਾਰਤੀ ਜਨਤਾ ਪਾਰਟੀ ਇਦਾਂ ਦੀ ਡਿਵੀਜ਼ਨ ਕਰਾ ਕੇ ਹਿੰਦੂ ਹੈ, ਸਿੱਖ ਹੈ, ਮੁਸਲਮ ਹੈ, ਉਸ ਆਧਾਰ ਤੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਅਸੀਂ ਕਹਿੰਦੇ ਹਾਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ। ਉਸੇ ਨਾਮ ਤੇ ਪੰਜਾਬ ਦਾ ਭਲਾ ਹੋ। ਉਹਦੇ 'ਚ ਜੇ ਭਾਰਤੀ ਜਨਤਾ ਪਾਰਟੀ ਆਊ, ਪੰਜਾਬ ਨੂੰ ਭਿਖਾਰੀ ਬਣਾਤਾ ਇਹਨਾਂ ਲੋਕਾਂ ਨੇ ਜਿਹੜੇ ਸੱਤਾ 'ਚ ਰਹੇ ਨੇ ਇੱਥੇ। ਉਹਨਾਂ ਲੋਕਾਂ ਦੀਆਂ ਗੱਲਾਂ ਦੱਸ ਕੇ ਅਸੀਂ ਪੰਜਾਬ ਨੂੰ ਇੱਕ ਅਲੱਗ ਤੋਂ ਆਲਟਰਨੇਟ ਦੇ ਰਹੇ ਹਾਂ ਔਰ ਪੰਜਾਬ ਦੇ ਲੋਕਾਂ ਨੂੰ ਔਰ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੋਣਗੇ। ਈਵੀਐਮ ਦੀਆਂ ਗੱਲਾਂ ਕਰਨੀਆਂ ਬੰਦ ਕਰ ਦੇਣ। ਉਸੇ ਈਵੀਐਮ ਨਾਲ ਸੁਖਬੀਰ ਸਿੰਘ ਬਾਦਲ ਚੁਣੇ ਹੋਏ ਆ, ਉਸੇ ਨਾਲ ਹਰਸਿਮਰਤ ਬਾਦਲ ਚੁਣੀ ਹੋਈ ਆ ਤੇ ਜਥੇਦਾਰ ਸਾਹਿਬ ਇਹਨਾਂ ਤੋਂ ਪਹਿਲਾਂ ਰਿਜ਼ਾਈਨ ਕਰਵਾ ਦੇਣ ਜੇ ਉਹ ਗੱਲ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣਾਂ ਦਾ ਵੀ ਤੁਸੀਂ ਜ਼ਿਕਰ ਕੀਤਾ ਹੈ। ਆਖਰੀ ਸਵਾਲ, ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਆਉਣਗੀਆਂ, ਕੀ ਭਾਰਤੀ ਜਨਤਾ ਪਾਰਟੀ ਜਿਹੜਾ ਸਿੱਖ ਭਾਈਚਾਰਾ ਬੈਠਾ ਹੈ, ਬੀਇੰਗ ਏ ਸਿੱਖ ਜਿਹੜਾ ਹੈਗਾ, ਉਹ ਇਹਨਾਂ ਚੋਣਾਂ 'ਚ ਪਾਰਟਿਸਿਪੇਟ ਕਰਨਗੇ? ਨਹੀਂ, ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰਾਂਗੇ। ਹਰ ਵਰਕਰ ਆਜ਼ਾਦ ਆ, ਉਹ ਜਿਹਨੂੰ ਮਰਜ਼ੀ ਵੋਟ ਪਾਉਣਾ ਚਾਹੇ, ਜਿਹੜਾ ਕੈਂਡੀਡੇਟ ਅੱਛਾ ਹੋਵੇ ਉਹਨੂੰ ਪਾ ਦੇ। ਅਸੀਂ ਨਹੀਂ ਕੋਈ ਦਖਲਅੰਦਾਜ਼ੀ ਕਰਨੀ ਐਜ਼ ਏ ਪਾਰਟੀ। ਇਹ ਸਾਡਾ ਸੰਗਠਨ ਕੋਈ ਦਖਲਅੰਦਾਜ਼ੀ ਨਹੀਂ ਕਰੇਗਾ। ਸਰਕਾਰ ਕਮਿਸ਼ਨਰ ਹੈ ਇਲੈਕਸ਼ਨ ਕਰਵਾਉਣ ਨੂੰ, ਉਹ ਕਰਨਗੇ। ਜੋ ਵਿਵਸਥਾ ਹੈ ਇਲੈਕਸ਼ਨ ਦੀ ਸ਼੍ਰੋਮਣੀ ਕਮੇਟੀ ਦੀ ਉਹ ਹੋਏਗੀ। ਸਾਡੀ ਕੋਈ ਦਖਲਅੰਦਾਜ਼ੀ ਨਹੀਂ ਹੋਏਗੀ। ਅਸੀਂ ਕਿਸੇ ਗੁਰਦੁਆਰਾ ਸਾਹਿਬਾਨ ਤੇ, ਕਿਸੇ ਧਾਰਮਿਕ ਸੰਸਥਾ 'ਚ, ਕਿਸੇ 'ਚ ਹੋਰ ਵੀ ਸਾਡੀ ਪਾਰਟੀ ਕੋਈ ਦਖਲਅੰਦਾਜ਼ੀ ਨਹੀਂ ਕਰਦੀ। ਉਹ ਲੋਕ ਆਪਣੇ ਆਪ ਆਪਣੇ ਆਪਣੇ ਧਰਮਾਂ ਦਾ ਸੰਚਾਲਨ ਕਰਦੇ ਆ। ਅਸੀਂ ਤਾਂ ਉਹਨਾਂ ਦਾ ਸਤਿਕਾਰ, ਸਾਰੇ ਧਰਮਾਂ ਦਾ ਤੇ ਸਨਮਾਨ ਕਰਦੇ ਆ। ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਸਨਮਾਨ ਕਰਦਾ ਤੇ ਸਤਿਕਾਰ ਕਰਦਾ। ਜੇ ਉਹ ਮੈਨੂੰ ਬੁਲਾਉਣਗੇ, ਮੇਰੇ ਕੋਲੋਂ ਸਪਸ਼ਟੀਕਰਨ ਮੰਗਣਗੇ ਤਾਂ ਮੈਂ ਜ਼ਰੂਰ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਪਸ਼ਟੀਕਰਨ ਦਊਂਗਾ। ਉਸ ਇੰਸਟੀਟਿਊਸ਼ਨ ਨੂੰ ਰਿਸਪੈਕਟ ਕਰਦਾ, ਪਰ ਜਥੇਦਾਰ ਸਾਹਿਬ ਆਪਣੇ ਕੰਮ ਜ਼ਰੂਰ ਸੁਧਾਰਨ ਜੇ ਮੇਰੀ ਗੱਲ ਉਹਨਾਂ ਨੂੰ ਸਮਝ ਪਵੇ। ਨਹੀਂ ਤਾਂ ਲੋਕ ਉਹਨਾਂ ਦੇ ਸਾਹਮਣੇ ਵਿਰੋਧ ਕਰਨ ਲਈ ਖੜੇ ਹੋ ਜਾਣਗੇ। ਇਹ ਵੀ ਉਹਨਾਂ ਨੂੰ ਗਰੇਵਾਲ ਜੀ ਸਮੇਂ ਦੇ ਅੱਜ ਕੱਲ ਸਰ ਸਮੇਂ ਦੇ ਲਿਹਾਜ਼ ਨਾਲ ਜਿੱਦਾਂ ਤੁਸੀਂ ਕਮੈਂਟ ਕੀਤੇ, ਮੈਂ ਇੱਕ ਸਵਾਲ ਜ਼ਰੂਰ ਜਿਹੜਾ ਹੈਗਾ ਆਖਰ 'ਚ ਲੈਣਾ ਚਾਹਾਂਗਾ। ਤੁਸੀਂ ਕਿਹਾ ਕਿ ਮੈਂ ਅਕਾਲ ਤਖਤ ਸਾਹਿਬ ਤੇ ਮੈਨੂੰ ਸੱਦਿਆ ਜਾਏਗਾ ਤਾਂ ਮੈਂ ਪੇਸ਼ ਹੋਵਾਂਗਾ। ਅਕਾਲੀ ਦਲ ਨੇ ਕਿਹਾ ਹੈ ਕਿ ਜੋ ਤੁਸੀਂ ਬਿਆਨਬਾਜ਼ੀ ਕੀਤੀ ਹੈ ਉਹਦੇ ਬਾਰੇ ਤੁਸੀਂ ਮਾਫੀ ਮੰਗੋ ਜਥੇਦਾਰ ਬਾਰੇ, ਤੇ ਤੁਹਾਨੂੰ ਲੱਗਦਾ ਜੇ ਜਥੇਦਾਰ ਸਾਹਿਬ ਬੁਲਾਣਗੇ ਤਾਂ ਤੁਸੀਂ ਉੱਥੇ ਪੇਸ਼ ਹੋਵੋਗੇ ਕਿ ਨਿਮਾਣੇ ਸਿੱਖ ਵਜੋਂ? ਨਹੀਂ ਤਾਂ ਬਿਲਕੁਲ ਜਾਵਾਂਗੇ। ਜੋ ਸਜ਼ਾ ਲਾਉਣਗੇ ਉਹ ਵੀ ਭੁਗਤ ਲਾਂਗੇ ਤਾਂ ਕਿ ਸਿੱਖ ਕੌਮ ਨੂੰ ਪਤਾ ਚੱਲੇ ਕਿ ਭਾਰਤੀ ਜਨਤਾ ਪਾਰਟੀ 'ਚ ਵੀ ਸਿੱਖ ਉਨੀ ਸ਼ਰਧਾ ਕਰਦੇ ਆ, ਆਮ ਆਦਮੀ ਦੇ ਸਿੱਖ ਵੀ ਉਨੀ ਸ਼ਰਧਾ ਕਰਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਲਈ, ਔਰ ਕਾਂਗਰਸ ਦੇ ਸਿੱਖ ਵੀ ਉਨੀ ਸ਼ਰਧਾ ਰੱਖਦੇ ਆ। ਸਿੱਖ ਨੇ ਜੀ, ਪਰ ਜੀ ਇਹ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ 'ਚ ਹੀ ਸਿੱਖ ਹੈਗੇ ਆ ਜਾਂ ਸ਼੍ਰੋਮਣੀ ਅਕਾਲੀ ਦਲ ਹੀ ਸਿੱਖੀ ਦਾ ਸਭ ਕਰਦਾ। ਇਸ ਚੀਜ਼ ਨੂੰ ਮੈਂ ਤੋੜਨਾ ਚਾਹੁੰਦਾ, ਇਸ ਭਰਮ ਨੂੰ। ਜਥੇਦਾਰ ਸਾਹਿਬ ਉਹ ਭਰਮ ਨੂੰ ਪਾਉਣਾ ਚਾਹੁੰਦੇ ਆ, ਕਾਇਮ ਰੱਖਣਾ ਚਾਹੁੰਦੇ ਆ। ਸਿੱਖ ਕੌਮ ਨੂੰ ਭਰਮ 'ਚ ਪਾਉਣਾ ਚਾਹੁੰਦੇ ਆ, ਇੱਕ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੇ ਆ। ਉਹ ਨਹੀਂ ਹੋਣਾ ਚਾਹੀਦਾ। ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ। ਤੁਸੀਂ ਅਹਿਮ ਮੁੱਦਿਆਂ ਤੇ ਸਾਡੀ ਬੇਨਤੀ ਪ੍ਰਵਾਨ ਕਰਕੇ ਚੈਨਲ ਦੇ ਉੱਤੇ ਆਏ ਆ। ਮੈਂ ਆਪਣੇ ਦਰਸ਼ਕਾਂ ਵੱਲੋਂ, ਆਪਣੀ ਟੀਮ ਵੱਲੋਂ ਇੱਕ ਵਾਰ ਮੁੜ ਕੇ ਤੁਹਾਡਾ ਧੰਨਵਾਦੀ ਹਾਂ। ਦਰਸ਼ਕਾਂ ਦੇ ਲਈ ਸੁਨੇਹਾ, ਅਕਾਲ ਤਖਤ ਸਾਹਿਬ ਦੇ ਜਿੱਥੋਂ ਤੱਕ ਜਥੇਦਾਰ ਦਾ ਸਵਾਲ ਹੈ, ਅਕਾਲ ਤਖਤ ਸਾਹਿਬ ਦਾ ਰੁਤਬਾ ਸਾਡੇ ਸਾਰਿਆਂ ਦੇ ਲਈ ਮਹਾਨ ਹੈ। ਪਰ ਗਰੇਵਾਲ ਜੀ ਨੇ ਜਿਹੜੇ ਸਵਾਲ ਉਠਾਏ ਹੈ ਕਿ ਕਿਸੇ ਵੀ ਜਥੇਦਾਰ ਨੂੰ ਇੱਕ ਧਿਰ ਬਣ ਕੇ ਖੜੇ ਨਹੀਂ ਹੋਣਾ ਚਾਹੀਦਾ, ਇਹਦਾ ਫੈਸਲਾ ਤਾਂ ਸੰਗਤ ਤੇ ਦਰਸ਼ਕ ਕਰਨਗੇ। ਮੈਂ ਬਹੁਤ ਵੱਡਾ ਸਵਾਲ ਦਰਸ਼ਕਾਂ ਲਈ ਛੱਡ ਕੇ ਜਾ ਰਿਹਾ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।